they have not been nabbed by Punjab police once। ਇਸ ਕਰਕੇ ਮੈਂ ਬਾਰ-ਬਾਰ ਕਹਿ ਰਿਹਾ ਕਿ ਪੰਜਾਬ ਪੁਲਿਸ ਇਹਨਾਂ ਨਾਲ ਮਿਲੀ ਹੋਈ ਹੈ। A separate FIRs for attempt to murder has been registered against Crispy Khera and unknown people। ਤੇ ਅਗਰ ਆਪਾਂ 2014 ਤੋਂ ਵੇਖੀਏ ਤਾਂ ਮੋਰ ਦੈਨ 2500 ਬੱਚੇ ਇਹਨਾਂ ਨੇ ਠੱਗੇ ਨੇ। ਤੇ ਮੈਂ ਅੱਜ ਵੀ ਕੁਝ ਨਵੇਂ ਡਾਕੂਮੈਂਟਸ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਇਹਦੇ ਵਿੱਚ ਕੈਟੇਗੋਰੀਕਲੀ ਲਿਖਿਆ ਹੋਇਆ ਜੀ 4 ਕਰੋੜ 11 ਲੱਖ 26,215 ਰੁਪਏ ਇਹਨਾਂ ਨੇ ਦੇਣੇ ਸੀਗੇ ਤੇ 25 ਲੱਖ 67,000 ਰੁਪਏ ਇਹਨਾਂ ਨੇ ਦਿੱਤਾ ਹੈ। ਰਿਮੇਨਿੰਗ ਅਮਾਊਂਟ ਵਾਸ 3 ਕਰੋੜ 86 ਲੱਖ ਤੇ 9,215। ਆ ਮੈਂ ਤੁਹਾਨੂੰ ਡਾਕੂਮੈਂਟ ਦਿਖਾ ਰਿਹਾ ਜੀ, ਇਹ SIT ਦੀ ਰਿਪੋਰਟ ਹੈ ਜੀ। ਇਸ ਤੋਂ ਇਲਾਵਾ ਵੀ 7-8 ਹੋਰ FIR ਨੇ ਜਿਹਦਾ ਹਜੇ ਮੈਂ ਡਾਕੂਮੈਂਟ ਪ੍ਰੋਕਿਓਰ ਕਰ ਰਿਹਾ ਤੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਾਂਗਾ। ਇਹ ਅਕਾਊਂਟ ਦੀ ਗੱਲ ਕਰ ਰਹੇ ਸੀਗੇ, ਇਹ ਇਹਨਾਂ ਦਾ ਹੀ ਡਾਕੂਮੈਂਟ ਹੈ ਜੀ ਜਿਹੜਾ ਕਿ ਇਹਨਾਂ ਨੇ ਡਿਸਟ੍ਰਿਕਟ ਕੋਰਟ ਤੇ ਸੈਸ਼ਨਸ ਕੋਰਟ ਦੇ ਵਿੱਚ ਬੇਲ ਦੇ ਵੇਲੇ ਲਾਇਆ ਸੀਗਾ। ਫਿਰ ਜਦੋਂ ਇਹਨਾਂ ਦੀ ਇਹ ਚੀਜ਼ ਚੱਲੀ ਤਾਂ ਇਹਨਾਂ ਨੇ ਇਹੀ ਚੀਜ਼ ਕੈਨੇਡਾ ਵਾਸਤੇ ਕੀਤੀ, ਫਿਰ ਇੰਗਲੈਂਡ ਵਾਸਤੇ ਕੀਤੀ, ਫਿਰ ਆਸਟ੍ਰੇਲੀਆ ਵਾਸਤੇ ਕੀਤੀ। ਮੈਂ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਜੀ, ਜੇ ਫੇਕ ਸ਼ੋਰਿਟੀ ਉਹਨਾਂ ਨੇ ਦਿੱਤੀ ਹੈ ਤਾਂ ਉਸ ਦਾ ਡਿਫਰੈਂਟ ਇੱਕ FIR ਹੋਣ ਵਾਲੀ ਉਹਨਾਂ 'ਤੇ। ਮੈਂ ਪਹਿਲਾਂ ਦੱਸਦਾ, ਫਿਰ ਕੱਲ੍ਹ ਇਹ ਨਾ ਕਹਿਣ ਕਿ ਵਰਿੰਦਰ ਨੇ ਇੱਕ ਨਵੀਂ FIR ਕਰਵਾਤੀ। ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਆਏ ਦਿਨ ਪੰਜਾਬ ਦੇ ਵਿੱਚ ਬੱਚਿਆਂ ਨਾਲ ਠੱਗੀਆਂ ਵੱਜਦੀਆਂ ਨੇ। ਇਮੀਗ੍ਰੇਸ਼ਨ ਵਾਲੇ ਕੰਸਲਟੈਂਟ ਠੱਗੀਆਂ ਮਾਰਦੇ ਨੇ, ਪਰ ਕੁਝ ਵਕੀਲ ਐਸੇ ਨੇ ਜਿਹੜੇ ਉਹਨਾਂ ਬੱਚਿਆਂ ਦੇ ਕੇਸਿਸ ਲੜਦੇ ਨੇ। ਅਸੀਂ ਇੱਕ ਸਟੋਰੀ ਪਹਿਲਾਂ ਕਵਰ ਕਰ ਚੁੱਕੇ ਹਾਂ। ਵਰਿੰਦਰ ਐਡਵੋਕੇਟ ਨੇ, ਉਹਨਾਂ ਦੇ ਨਾਲ ਸਾਡਾ ਇੱਕ ਇੰਟਰਵਿਊ ਹੋ ਚੁੱਕਾ ਹੈ, ਪਰ ਉਹਨਾਂ 'ਤੇ ਕ੍ਰਿਸਪੀ ਖਹਿਰਾ ਉਹਨਾਂ ਨੇ ਬੜੇ ਸੀਰੀਅਸ ਐਲੀਗੇਸ਼ਨ ਲਾਏ ਨੇ ਤੇ ਉਸ ਬਾਰੇ ਆਪਾਂ ਗੱਲ ਕਰਦੇ ਹਾਂ ਵਰਿੰਦਰ ਜੀ ਨਾਲ ਵੀ ਉਹ ਐਲੀਗੇਸ਼ਨਸ ਦਾ ਇਹਨਾਂ ਕੋਲ ਕੀ ਜਵਾਬ ਹੈ। ਵਰਿੰਦਰ ਜੀ, ਸਭ ਤੋਂ ਵੱਡਾ ਐਲੀਗੇਸ਼ਨ ਉਹਨਾਂ ਨੇ ਲਾਇਆ ਹੈ ਕਿ ਤੁਸੀਂ ਇਹ ਜੋ ਕੁਝ ਕਰ ਰਹੇ ਹੋ ਇੱਕ ਸੀਨੀਅਰ IPS ਅਫਸਰ IG ਚੀਮਾ ਦੇ ਕਹੇ 'ਤੇ ਕਰ ਰਹੇ ਹੋ। ਸਰ, ਤੁਸੀਂ ਥੋੜ੍ਹੇ ਦਿਨ ਪਹਿਲਾਂ ਇੰਟਰਵਿਊ ਤੁਹਾਡੇ ਕੋਰਸਪੋਂਡੈਂਟ ਮੇਰੀ ਲੈ ਕੇ ਗਏ ਸੀਗੇ, ਉਹਨਾਂ ਦੇ ਵਿੱਚ ਉਹਨਾਂ ਨੇ ਮੈਨੂੰ ਚੀਜ਼ਾਂ ਪੁੱਛੀਆਂ ਸੀ ਕਿ ਡੂ ਯੂ ਹੈਵ ਐਨੀ ਡਾਕੂਮੈਂਟ ਵਿਦ ਰਿਸਪੈਕਟ ਟੂ ਵਾਟ ਯੂ ਆਰ ਸੇਇੰਗ। ਮੈਂ ਉਸ ਦਿਨ ਵੀ ਤੁਹਾਨੂੰ ਸਪਸ਼ਟੀਕਰਨ ਦਿੱਤਾ ਹੈ ਅਲੋਂਗ ਵਿਦ ਆਲ ਦ ਡਾਕੂਮੈਂਟਸ। ਹੁਣ ਇਸ ਚੀਜ਼ ਨੂੰ ਲੈ ਕੇ ਕ੍ਰਿਸਪੀ ਖਹਿਰਾ ਨੇ, ਹੂ ਇਜ਼ ਵਾਈਫ ਆਫ ਦਵਿੰਦਰ ਗਿੱਲ, ਅਕਿਊਜ਼ਡ ਇਨ FIR ਨੰਬਰ 199 ਜਿਹੜਾ ਕਿ ਅੱਜ ਕੱਲ੍ਹ ਰੋਪੜ ਜੇਲ੍ਹ ਦੇ ਵਿੱਚ ਕਨਫਾਈਨਡ ਹੈ। ਸ਼ੀ ਸੈਡ ਦੈਟ ਵਰਿੰਦਰ ਇਜ਼ ਜਸਟ ਲੈਵਲਿੰਗ ਐਲੀਗੇਸ਼ਨ ਅਗੇਂਸਟ ਅਸ ਵਿਦਾਊਟ ਹੈਵਿੰਗ ਐਨੀ ਡਾਕੂਮੈਂਟਸ। ਮੈਂ ਪਹਿਲਾਂ ਵੀ ਕੁਝ ਡਾਕੂਮੈਂਟਸ ਦੇ ਚੁੱਕੇ ਹਾਂ ਤੇ ਮੈਂ ਅੱਜ ਵੀ ਕੁਝ ਨਵੇਂ ਡਾਕੂਮੈਂਟਸ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਫਸਟ ਆਫ ਆਲ ਸ਼ੀ ਸੈਡ ਕਿ ਉਹਨਾਂ ਨੇ ਅੱਜ ਤੱਕ ਕੁਝ ਕੀਤਾ ਨਹੀਂ ਹੈ। ਦੇਰ ਇਜ਼ ਵਨ IPS ਆਫਿਸਰ ਜਿਨ੍ਹਾਂ ਨਾਲ ਮੈਂ ਮਿਲ ਕੇ, ਜਿਨ੍ਹਾਂ ਦਾ ਮੈਂ ਇੱਕ ਪਪਟ ਹੈ। ਸ਼ੀ ਯੂਜ਼ ਦ ਵਰਡ ਦੈਟ ਦੇਰ ਇਜ਼ ਅ ਨਿਊ ਪਪਟ ਇਨ ਦਾ ਹਾਊਸ, ਦੈਟ ਇਜ਼ ਵਰਿੰਦਰ ਸਿੰਘ। ਮੈਂ ਪਹਿਲਾਂ ਸਭ ਦਰਸ਼ਕਾਂ ਨੂੰ ਇਹ ਦੱਸਣਾ ਚਾਹਾਂਗਾ ਕਿ ਮੈਂ ਪ੍ਰੈਕਟਿਸ ਦੇ ਵਿੱਚ ਨਵੰਬਰ 2017 ਦੇ ਵਿੱਚ ਆਇਆ ਤੇ ਐਂਡ ਸ਼ੀ ਇਜ਼ ਸੇਇੰਗ ਦੈਟ ਕਿ ਵਰਿੰਦਰ ਕੋਲੇ 2018 ਤੋਂ ਪਹਿਲਾਂ ਕੋਈ ਕੇਸ ਹੀ ਨਹੀਂ ਸੀ। ਤਾਂ ਇਟ ਇਜ਼ ਐਵੀਡੈਂਟ ਫਰੋਮ ਦੈਟ ਅ ਪਰਸਨ ਹੂ ਕੇਮ ਇਨ ਟੂ ਪ੍ਰੈਕਟਿਸ ਇਨ ਨਵੰਬਰ 2017 ਉਹਦੇ ਕੋਲੇ ਪਹਿਲਾਂ ਕੋਈ ਕੇਸ ਹੋ ਹੀ ਨਹੀਂ ਸਕਦਾ। ਅਗਰ ਮੈਂ ਉਸ ਤੋਂ ਪਹਿਲਾਂ ਕੋਈ ਕੇਸ ਕਰਦਾ ਤਾਂ ਮੇਰੇ ਉੱਤੇ ਕੇਸ ਹੋ ਜਾਣਾ ਸੀ ਉਸ ਚੀਜ਼ ਨੂੰ ਲੈ ਕੇ। ਅਤੇ ਦੂਜੀ ਚੀਜ਼ ਦਾ ਜਵਾਬ ਜਿਹੜਾ ਉਹ IPS ਗੌਤਮ ਚੀਮਾ ਬਾਰੇ ਗੱਲ ਕਰ ਰਹੇ ਹੈ, ਮੈਨੂੰ ਇੱਕ ਇਨਵੈਸਟੀਗੇਸ਼ਨ 'ਚ ਪਤਾ ਲੱਗਿਆ, ਮੈਂ ਆਪਣੀ ਵੀ ਇਨਵੈਸਟੀਗੇਸ਼ਨ ਕੀਤੀ ਹੈ ਬਿਕੋਜ਼ ਆਈ ਐਮ ਡੂਇੰਗ ਦਿਸ ਕੇਸ ਫॉर 700 ਸਟੂਡੈਂਟਸ, ਕਿ ਬੋਥ ਆਫ ਦੈਮ ਵਰ ਫਰੈਂਡਸ ਸਿੰਸ ਲੌਂਗ। ਅਤੇ ਮੈਂ ਆਇਆ ਪ੍ਰੈਕਟਿਸ ਦੇ ਵਿੱਚ 2017 ਦੇ ਵਿੱਚ। ਇਹਨਾਂ ਦੇ ਜਿਹੜੇ ਕੇਸਿਸ ਚੱਲ ਰਹੇ ਆ ਦੇ ਆਰ ਫਰੋਮ ਆਈ ਥਿੰਕ 2014 ਤੋਂ ਇਹਨਾਂ ਨੇ ਇੱਕ ਜਣੇ 'ਤੇ ਕੇਸ ਕਰਵਾਇਆ, ਦੂਜੇ ਨੇ ਕਾਊਂਟਰ ਕੇਸ ਕਰਵਾਤਾ। ਇਹਨਾਂ ਦੇ ਕੇਸਿਸ ਨਾਲ ਮੇਰਾ ਕੀ ਲੈਣਾ, ਆਈ ਡੋਂਟ ਨੋ। ਇਫ ਕੁਛ ਮੇਰਾ ਹੈਗਾ ਤਾਂ ਸ਼ੀ ਮਸਟ ਕਮ ਫੋਰਥ ਐਂਡ ਕੋਈ ਐਵੀਡੈਂਸ ਦੇਵੇ। ਬਟ ਅੱਜ ਮੈਂ ਜਿਹੜੀ ਗੱਲ ਮੈਂ ਕਹੀ ਸੀ ਮੈਂ ਉਸ 'ਤੇ ਖੜਾ ਅਤੇ ਮੈਂ ਸਾਰੇ ਐਵੀਡੈਂਸਿਸ ਦੇਣਾ। ਫਸਟ ਆਫ ਆਲ ਮੈਂ ਇੱਕ SIT ਦੀ ਰਿਪੋਰਟ ਤੁਹਾਡੇ ਨਾਲ ਇੱਕ ਸ਼ੇਅਰ ਕਰਨਾ ਚਾਹਾਂਗਾ। ਇਹ SIT ਦੀ ਰਿਪੋਰਟ ਇਜ਼ ਵਿਦ ਰਿਸਪੈਕਟ ਟੂ 7 FIRs। ਇਹ 2018 ਦੇ ਵਿੱਚ ਆਈ ਸੀਗੀ। 2018 ਤੱਕ ਜਿਹੜੇ ਇਹਨਾਂ 'ਤੇ FIRs ਹੋਈ ਸੀ ਉਹ ਸੀਗੀਆਂ 8 FIRs। 8 FIRs ਦੇ ਵਿੱਚੋਂ 7 FIRs ਦਾ ਸਰ ਇਹ ਰਿਪੋਰਟ ਹੈ ਜੀ। ਇਹਦੇ ਵਿੱਚ ਕੈਟੇਗੋਰੀਕਲੀ ਲਿਖਿਆ ਹੋਇਆ ਜੀ 4 ਕਰੋੜ 11 ਲੱਖ 26,215 ਰੁਪਏ ਇਹਨਾਂ ਨੇ ਦੇਣੇ ਸੀਗੇ ਅਤੇ 25 ਲੱਖ 67,000 ਰੁਪਏ ਇਹਨਾਂ ਨੇ ਦਿੱਤਾ ਹੈ। ਰਿਮੇਨਿੰਗ ਅਮਾਊਂਟ ਵਾਸ 3 ਕਰੋੜ 86 ਲੱਖ
ਤੇ 9215 ਆ ਮੈਂ ਤੁਹਾਨੂੰ ਡਾਕੂਮੈਂਟ ਦਿਖਾ ਰਿਹਾ ਜੀ। ਇਹ SIT ਦੀ ਰਿਪੋਰਟ ਹੈ ਜੀ। ਇਹ SIT ਦੀ ਰਿਪੋਰਟ ਇਹਨਾਂ ਨੇ ਹੁਣ ਹਾਈ ਕੋਰਟ ਦੇ ਵਿੱਚ ਰੀਸੈਂਟਲੀ ਲਾਈ ਹੈ ਜੀ, ਕਿਉਂਕਿ ਇਹਨਾਂ ਦੇ ਹਸਬੈਂਡ ਦੀ ਬੇਲ ਲੱਗੀ ਹੋਈ ਹੈ ਜੀ ਹਾਈ ਕੋਰਟ ਦੇ ਵਿੱਚ। ਉਹ ਉਹਦੇ ਵਿੱਚ ਕਹਿ ਰਿਹਾ ਕਿ ਸਾਨੂੰ SIT ਨੇ ਐਗਜ਼ੋਨਰੇਟ ਕਰਤਾ ਹੈ ਔਨ ਦਾ ਬੇਸਿਸ ਆਫ ਦਿਸ SIT ਰਿਪੋਰਟ। ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਜੀ, SIT ਨੇ ਪਹਿਲੀ ਗੱਲ ਕਿਵੇਂ ਐਗਜ਼ੋਨਰੇਟ ਕਰਤਾ? ਮੈਂ ਇਹਦੀ ਵੀ ਇਨਵੈਸਟੀਗੇਸ਼ਨ ਕੀਤੀ ਕਿ ਇਸ ਦਾ ਆਫੀਸਰ ਕੌਣ ਸੀ। ਆਈ ਹੈਵ ਕਮ ਟੂ ਨੋ ਦੈਟ ਦ ਆਫੀਸਰ ਇਨ ਦਿਸ ਕੇਸ ਵਾਸ ਮਿਸਟਰ ਪਿਆਰਾ ਸਿੰਘ, DSP ਪਿਆਰਾ ਸਿੰਘ। ਹੀ ਹੈਜ਼ ਰਿਟਾਇਰਡ ਨਾਓ। ਤੇ ਕਮਾਲ ਦੀ ਗੱਲ ਹੈ ਜੀ, 4 ਕਰੋੜ ਰੁਪਇਆ ਦੇਣਾ ਸੀ, 25 ਲੱਖ ਰੁਪਇਆ ਦਿੱਤਾ ਹੈ, ਤੇ 3 ਕਰੋੜ 86 ਲੱਖ ਰੁਪਏ ਹਜੇ ਵੀ ਦੇਣਾ ਹੈ। ਅਗਰ ਇਹੋ ਜਿਹਾ ਕੋਈ ਸਿਸਟਮ ਇੰਡੀਆ ਦੇ ਵਿੱਚ ਆ ਜਾਏ ਕਿ ਤੁਸੀਂ 5% ਰੁਪਏ ਦੇ ਕੇ 100 ਦੇ ਵਿੱਚੋਂ 5 ਰੁਪਏ ਕਿਸੇ ਨੂੰ ਦਿਓ ਅਤੇ ਬਾਕੀ ਜਿਹੜੇ ਤੁਹਾਡੇ ਪੈਸੇ ਹੈ ਤੁਹਾਨੂੰ ਐਗਜ਼ੋਨਰੇਟ ਕਰ ਦੇਣਗੇ, ਤਾਂ ਆਈ ਥਿੰਕ ਮੋਰ ਦੈਨ 50% ਆਫ ਦਾ ਕੇਸਿਸ ਵਿਲ ਬੀ ਸੈਟਲ ਦੈਨ ਐਂਡ ਦੇਅਰ। ਅਤੇ ਸਰ ਹੁਣ ਇਸ ਚੀਜ਼ ਦੇ ਉੱਤੇ ਇੱਕ CRM ਨੰਬਰ 10,428 ਪਾਈ ਗਈ ਹੈ ਵਿਦ ਰਿਸਪੈਕਟ ਟੂ FIR ਨੰਬਰ 75 ਐਂਡ 76, ਜਿਸ ਦਾ ਕੋਗਨੀਜ਼ੈਂਸ ਲੈਂਦੇ ਹੋਏ ਹਾਈ ਕੋਰਟ ਨੇ ਹੁਣ ਉਹ 2 FIRs ਪਲੱਸ ਅਦਰ FIRs ਨੂੰ ਸਟੇਟ ਕ੍ਰਾਈਮ ਨੂੰ ਰੈਫਰ ਕਰਤਾ ਹੈ। ਹੁਣ ਇਹ ਜਿਹੜਾ ਡੈਫਰ ਕੀਤਾ ਹੈ ਇਹਨਾਂ ਨੇ ਸਟੇਟ ਕ੍ਰਾਈਮ ਨੂੰ, ਉਹ ਸਟੇਟ ਕ੍ਰਾਈਮ ਨੇ ਰਿਪੋਰਟ ਇਹਨਾਂ ਨੂੰ ਸਬਮਿਟ ਕਰਨੀ ਹੈ ਟੂ ਹਾਈ ਕੋਰਟ। ਇੱਕ ਚੀਜ਼ SIT ਦੀ ਰਿਪੋਰਟ ਦੇ ਵਿੱਚ ਤੁਹਾਨੂੰ ਹੋਰ ਚੀਜ਼ ਦਿਖਾਉਣਾ ਚਾਹੁੰਦਾ। ਬੜੇ ਹੋਣਹਾਰ ਜਿਹੜੇ ਇਹਦੇ ਵਿੱਚ ਆਫੀਸਰ ਸੀਗੇ, ਉਹਨਾਂ ਨੇ ਲਿਖਿਆ ਜੀ ਇਹਦੇ ਵਿੱਚ ਲਾਸਟ ਲਾਈਨ ਦੇ ਵਿੱਚ, ਐਜ਼ ਪਰ ਰਿਕਾਰਡਸ देर आर 4 डायरैक्टर ऑफ द कंपनी। आ सर मैं तुहानूं डॉकूमेंट दिखा रहा जी, आ डॉकूमेंट है जी। तो डायरैक्टर लिखे हुए हैं, देर आर 4 डायरैक्टर्स ऑफ द कंपनी, तो उहदे थल्ले डायरैक्टर्स 6 दिते हुए हैं। आई डोंट नो ऑन वॉट बेसिस दैट दे हैव रिटन 4 डायरैक्टर्स, तो थल्ले 6 जणियां दा वेरवा दिता जा रहा है। अगर तुसीं ये पूरी SIT रिपोर्ट पढ़ोगे तुहानूं पता लग जूगा इट इज़ टोटली वेग, तो reasons are best known to that particular officer who was in charge of this SIT। ਹੁਣ ਇਸੇ ਚੀਜ਼ ਕਰਕੇ ਇਹਨਾਂ ਦੀ ਜਿਹੜੀ ਹੱਲਾਸ਼ੇਰੀ ਮਿਲੀ ਕਿ ਅਸੀਂ ਜੋ ਮਰਜ਼ੀ ਕਰੀਏ ਅਸੀਂ ਬਚ ਜਾਵਾਂਗੇ, ਤਾਂ ਉਸ ਤੋਂ ਬਾਅਦ ਇਹਨਾਂ ਦੇ ਕਰਦੇ ਕਰਦੇ ਮਤਲਬ ਇਹਨਾਂ ਨੇ ਇੰਨੀ ਠੱਗੀ ਮਾਰੀ ਹੈ, ਮੈਂ ਦੁਬਾਰਾ ਕਹਿ ਰਿਹਾ ਇਹਨਾਂ ਨੇ ਇੰਨੀ ਠੱਗੀ ਮਾਰੀ ਹੈ। ਇਹ ਜਿਹੜੀ FIR ਦਾ ਮੇਰੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਈ ਹੈ ਕਿ ਕਿੰਨੀ ਆਪਣੀ FIR ਇਹਨਾਂ ਦੇ ਅਗੇਂਸਟ ਪੈਂਡਿੰਗ ਹੈ। ਇਸ ਤੋਂ ਇਲਾਵਾ ਵੀ 7-8 ਹੋਰ FIR ਨੇ ਜਿਹਦਾ ਹਜੇ ਮੈਂ ਡਾਕੂਮੈਂਟ ਪ੍ਰੋਕਿਓਰ ਕਰ ਰਿਹਾ, ਅਤੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਾਂਗਾ। ਉਸ ਤੋਂ ਬਾਅਦ ਇੱਕ ਚੀਜ਼ ਮੈਂ ਹੋਰ ਤੁਹਾਡੇ ਨਾਲ ਮੈਂਸ਼ਨ ਕਰਨਾ ਚਾਹੁੰਦਾ, ਸ਼ੀ ਇਜ਼ ਆਸਕਿੰਗ ਦੈਟ ਆਈ ਐਮ ਨਾਟ ਹੈਵਿੰਗ ਐਨੀ ਐਵੀਡੈਂਸ ਵਿਦ ਰਿਸਪੈਕਟ ਟੂ ਐਨੀ ਟ੍ਰਾਂਜੈਕਸ਼ਨ ਵਟਸੋਐਵਰ। ਮੈਂ ਜਿਹੜਾ ਬਾਰ-ਬਾਰ 97 ਕਰੋੜ ਦੀ ਗੱਲ ਕੀਤੀ ਹੈ ਉਹਦੇ ਵਾਸਤੇ ਵੀ ਮੈਂ ਤੁਹਾਡੇ ਸਾਹਮਣੇ ਰੂਬਰੂ ਇੱਕ ਡਾਕੂਮੈਂਟ ਕਰ ਰਿਹਾ ਜੀ। ਇਹ ਅਕਾਊਂਟ ਦੀ ਗੱਲ ਕਰ ਰਹੇ ਸੀਗੇ, ਇਹ ਇਹਨਾਂ ਦਾ ਹੀ ਡਾਕੂਮੈਂਟ ਹੈ ਜੀ, ਜਿਹੜਾ ਕਿ ਇਹਨਾਂ ਨੇ ਡਿਸਟ੍ਰਿਕਟ ਕੋਰਟ ਅਤੇ ਸੈਸ਼ਨਸ ਕੋਰਟ ਦੇ ਵਿੱਚ ਬੇਲ ਦੇ ਵੇਲੇ ਲਾਇਆ ਸੀਗਾ। ਇਹ ਤੁਸੀਂ ਪੜ੍ਹ ਸਕਦੇ ਹੋ ਜੀ, ਨੈਕਸਚਰ P8। ਇਹ ਜਿਹੜਾ ਨੈਕਸਚਰ ਲਾਇਆ ਸੀ ਇਹਨਾਂ ਦੇ ਹੀ ਐਡਵੋਕੇਟ ਨੇ ਲਾਇਆ ਸੀਗਾ ਜੀ, ਮਿਸਟਰ ਪਰਦੂਮਨ ਗਰਗ ਨੇ। ਅਤੇ ਅਗਰ ਆਪਾਂ ਵੀਲ ਗੋ ਥਰੂ ਇਟ, ਦੇਰ ਆਰ ਮੋਰ ਦੈਨ 106 pages of this statement, and this statement is from 15/12/2015 to, ਇੱਕ ਮਿੰਟ ਜੀ ਮੈਂ ਤੁਹਾਨੂੰ ਦੱਸਦਾ ਜੀ, ਲਾਸਟ ਡੇਟ ਇਜ਼ 15/11/2017। ਇਸ ਦੇ ਦੌਰਾਨ ਇਹਨਾਂ ਨੇ ਜਿਹੜੀ ਟ੍ਰਾਂਜੈਕਸ਼ਨ ਕੀਤੀ ਹੈ ਇਨ ਕਰੋੜਸ ਹੈ, ਅਤੇ ਉਹ ਇੱਕ ਟ੍ਰਾਂਜੈਕਸ਼ਨ ਦੀ ਗੱਲ ਕਰ ਰਹੇ ਸੀ ਕਿ ਮੈਂ ਤੁਹਾਨੂੰ 10 ਟ੍ਰਾਂਜੈਕਸ਼ਨ ਹਜੇ ਦੱਸ ਦਿੰਦਾ, ਬਿਕੋਜ਼ ਅਗਰ ਆਪਾਂ ਹਰ ਟ੍ਰਾਂਜੈਕਸ਼ਨ ਦੀ ਗੱਲ ਕਰਦੇ ਰਹਾਂਗੇ ਤਾਂ ਇਟ ਵਿਲ ਬੀ ਵੈਰੀ ਹਾਈ। ਆਹ ਦੇਖੋ ਜੀ, 1.5 ਲੱਖ ਦੀਆਂ ਟ੍ਰਾਂਜੈਕਸ਼ਨਾਂ ਮੈਂ ਤੁਹਾਨੂੰ ਦਿਖਾ ਰਿਹਾ, 4 ਇਹ ਹੋ ਗਈਆਂ, 6 ਇਹ ਹੋ ਗਈਆਂ, ਕੁਛ ਇਹ ਹੋ ਗਈਆਂ ਜੀ। ਲਾਈਕਵਾਈਜ਼ ਇਟ ਕੈਨ ਗੋ ਔਨ ਐਂਡ ਔਨ ਐਂਡ ਔਨ ਐਂਡ ਔਨ ਐਂਡ ਔਨ। ਹੁਣ ਕ੍ਰਿਸਪੀ ਖਹਿਰਾ ਨੇ ਜਿਹੜੇ ਆਪਣੇ ਅਕਾਊਂਟ ਦੇ ਵਿੱਚ ਵੱਡੀ ਅਮਾਊਂਟਸ ਕੀਤੀਆਂ, ਮੈਂ ਉਹ ਵੀ ਦਿਖਾ ਦਿੰਦਾ ਜੀ। ਦਿਸ ਇਜ਼ ਕ੍ਰਿਸਪੀ ਖਹਿਰਾ 2,40,000 ਰੁਪਇਆ, 79,000, ਐਂਡ ਦਿਸ ਇਜ਼ 3 lakhs। ਹੁਣ ਇਹ ਦੇਖੋ ਜੀ, ਇਹ ਵਾਲੇ ਅਕਾਊਂਟਸ ਅਗਰ ਤੁਸੀਂ ਦੇਖੋਗੇ 2,49,000, 49,000, 2,49,000, ਇਹ 2.5 ਲੱਖ ਦੀ ਇੰਨੀ ਐਂਟਰੀਜ਼ ਹੈ। ਮੈਂ ਤੁਹਾਨੂੰ ਇੱਕ ਗੱਲ, ਇੱਕ ਚੀਜ਼ ਹੋਰ ਸ਼ੇਅਰ ਕਰਨਾ ਚਾਹੁੰਦਾ। ਇਨ ਦਾ ਐਂਡ ਜਦੋਂ ਇਹ ਫੜੇ ਜਾਂਦੇ ਆ, ਇਹਨਾਂ ਨੇ ਆਪਣਾ ਇਹ ਵਾਲਾ ਅਕਾਊਂਟ ਕਲੋਜ਼ ਕੀਤਾ ਸੀਗਾ, ਤਾਂ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ FIR ਰਜਿਸਟਰ ਹੋ ਗਈ ਹੈ, ਤਾਂ ਇਹਨਾਂ ਨੇ ਆਪਣੇ ਅਕਾਊਂਟ ਦੇ ਵਿੱਚੋਂ
5 ਲੱਖ 10 ਲੱਖ ਕਢਾ ਕੇ ਅਕਾਊਂਟ ਨਿਲ ਕਰਤਾ। So this is the evidence of the money they have utilized। ਜਿਹੜੇ ਬੱਚਿਆਂ ਨੇ ਇਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਜਮ੍ਹਾਂ ਕਰਾਏ ਆ, ਇਹ ਸੇਮ ਅਕਾਊਂਟ ਹੈ ਜਿਹਦੇ ਵਿੱਚ ਬੱਚਿਆਂ ਨੇ ਆਪਣੇ ਹਾਰਡ ਅਰਨਡ ਮਨੀ ਜਮ੍ਹਾਂ ਕਰਵਾਈ ਸੀਗੀ। ਦਿਸ ਇਜ਼ ਨਾਟ ਆਲ, ਇਹ ਸਿਰਫ ਇੱਕੋ ਹੀ ਅਕਾਊਂਟ ਹੈ ਜੀ। ਇਹ ਅਕਾਊਂਟ ਹੈਗਾ ਜੀ ICICI ਬੈਂਕ ਦਾ ਜੀ। ਅਕਾਊਂਟ ਨੰਬਰ ਇਜ਼ 152505000505। ਇਹ ਇੱਕ ਅਕਾਊਂਟ ਹੈ। ਲਾਈਕਵਾਈਜ਼ ਇਹਨਾਂ ਦੇ ਬਹੁਤ ਹੋਰ ਅਕਾਊਂਟਸ ਨੇ ਜਿਨ੍ਹਾਂ ਦੇ ਵਿੱਚ ਬੱਚਿਆਂ ਦੇ ਹਾਰਡ ਅਰਨਡ ਮਨੀ ਗਈ ਹੈ ਅਤੇ ਅੱਜ ਤੱਕ ਦੇ ਹੈਵਨਟ ਰਿਟਰਨਡ ਅ ਸਿੰਗਲ ਪੈਨੀ। ਇਟ ਹੈਜ਼ ਦੇਅਰ ਮੋਡਸ ਆਪਰੈਂਡੀ ਸਿੰਸ 2012। ਇਹਨਾਂ ਨੇ, ਮੈਂ ਪਹਿਲਾਂ ਦੱਸਿਆ ਸੀਗਾ ਜੀ ਕਿੰਨੀਆਂ ਕੰਪਨੀਜ਼ ਅੱਜ ਤੱਕ ਖੋਲ੍ਹੀਆਂ। 2012-13 ਦੇ ਵਿੱਚ ਇਹਨਾਂ ਨੇ ਖੋਲ੍ਹੀ ਜੀ ਭਾਰਤੀ ਇਮੀਗ੍ਰੇਸ਼ਨ, ਉੱਥੇ ਫਰਾਡ ਕੀਤਾ। ਉੱਥੇ ਇਹਨਾਂ ਦੇ ਉੱਤੇ ਹੋਈ ਮਲਟੀਪਲ FIRs ਇਨ ਫੇਸ 11 ਪੁਲਿਸ ਸਟੇਸ਼ਨ, ਜਿਹਦੇ ਵਿੱਚ ਜਿੱਥੇ ਤੱਕ ਮੇਰੇ ਕੋਲ ਰਿਕਾਰਡ ਪਿਆ 18 FIRs ਹੋਈਆਂ। ਫਿਰ ਉਸ ਤੋਂ ਬਾਅਦ ਇਹਨਾਂ ਨੇ ਕੰਪਨੀ ਖੋਲ੍ਹੀ ਚੰਡੀਗੜ੍ਹ ਬਾਏ ਦਾ ਨੇਮ WWIS, ਵਰਲਡ ਵਾਈਡ ਇਮੀਗ੍ਰੇਸ਼ਨ ਸਰਵਿਸਿਜ਼। ਉਸ ਦੀ FIR ਹੋਈ ਜੀ ਸੈਕਟਰ 39 ਪੁਲਿਸ ਸਟੇਸ਼ਨ ਦੇ ਵਿੱਚ, FIR ਨੰਬਰ 271। ਫਿਰ ਜਦੋਂ ਉੱਥੋਂ ਅੱਗੇ ਭੱਜੇ ਦੇ ਓਪਨਡ ਨਿਊ ਆਫਿਸ ਇਨ ਸੈਕਟਰ 43 ਬਾਏ ਦਾ ਨੇਮ ਹਾਈ ਕਮਿਸ਼ਨ ਫੈਸਿਲੀਟੇਸ਼ਨ ਸਰਵਿਸਿਜ਼। ਇੱਥੇ ਸਭ ਤੋਂ ਵੱਡਾ ਇਹਨਾਂ ਨੇ ਫਰਾਡ ਕੀਤਾ ਸੀਗਾ ਵਿਚ ਅਮਾਊਂਟਸ ਟੂ 40 ਕਰੋੜਸ। ਅਤੇ ਇਹ ਵਾਲਾ ਜਿਹੜਾ ਅਕਾਊਂਟ ਹੈ ਜਿਹਦਾ ਮੈਂ ਤੁਹਾਨੂੰ ਵੇਰਵਾ ਦਿੱਤਾ ਹੈ, ਇਹ ਇਸੇ ਅਕਾਊਂਟ ਦਾ। ਇਸ ਤੋਂ ਬਾਅਦ ਇਹ ਹਟੇ ਨਹੀਂ। ਇਸ ਤੋਂ ਬਾਅਦ ਇਹਨਾਂ ਨੇ ਨਵਾਂ ਆਫਿਸ ਖੋਲ੍ਹਿਆ ਇਨ ਸੈਕਟਰ 35 ਬਾਏ ਦਾ ਨੇਮ ਕੈਪਿਕ ਕੰਸਲਟੈਂਸੀ। ਉੱਥੇ FIR ਨੰਬਰ 55 ਹੋਈ। ਉਹਦੇ ਵਿੱਚ ਕੀ ਹੋਇਆ, ਹਜੇ ਬੱਚੇ ਨਵੇਂ ਸੀਗੇ, ਕੁਛ ਠੱਗੀਆਂ ਘੱਟ ਹੋਈਆਂ ਸੀਗੀਆਂ। 7 ਬੱਚਿਆਂ ਨਾਲ ਠੱਗੀ ਹੋਈ ਸੀ, 7 ਬੱਚਿਆਂ ਨੂੰ ਪੈਸੇ ਦੇਤੇ ਇਹਨਾਂ ਨੇ। ਫਿਰ ਟਲੇ ਉੱਥੇ ਵੀ ਨਹੀਂ। ਉਸ ਤੋਂ ਬਾਅਦ ਇਹਨਾਂ ਨੇ ਇੱਕ ਨਵਾਂ ਆਫਿਸ ਖੋਲ੍ਹਿਆ ਇਨ ਮੋਹਾਲੀ ਬਾਏ ਦਾ ਨੇਮ SOIS, ਸਕੂਲ ਆਫ ਇੰਟਰਨੈਸ਼ਨਲ ਸਟੱਡੀਜ਼। ਹੁਣ ਇੱਥੇ ਇੱਕ ਦੱਸਣਯੋਗ ਗੱਲ ਇਹ ਹੈ ਕਿ SOIS ਦੇ ਵਿੱਚ ਇਟ ਵਾਜ਼ ਨਾਟ ਅ ਕੰਪਨੀ, ਰਾਦਰ ਦੇ ਹੈਵ ਗੋਨ 1 ਸਟੈਪ ਫਰਦਰ। ਇਹਨਾਂ ਨੇ ਕੀ ਕੀਤਾ ਜੀ, ਕਾਲਜ ਹੀ ਖੋਲ੍ਹ ਲਿਆ। ਵੋਟ ਦੇ ਵਰ ਪ੍ਰੋਮਿਸਿੰਗ ਦੈਟ ਕਿ 6 ਮਹੀਨੇ ਤੁਹਾਨੂੰ ਇੱਥੇ ਪੜ੍ਹਾਵਾਂਗੇ, 1.5 ਸਾਲ ਤੁਹਾਨੂੰ ਕੈਨੇਡਾ ਪੜ੍ਹਾਵਾਂਗੇ। ਫਿਰ ਜਦੋਂ ਇਹਨਾਂ ਦੀ ਇਹ ਚੀਜ਼ ਚੱਲੀ ਤਾਂ ਇਹਨਾਂ ਨੇ ਇਹੀ ਚੀਜ਼ ਕੈਨੇਡਾ ਵਾਸਤੇ ਕੀਤੀ, ਫਿਰ ਇੰਗਲੈਂਡ ਵਾਸਤੇ ਕੀਤੀ, ਫਿਰ ਆਸਟ੍ਰੇਲੀਆ ਵਾਸਤੇ ਕੀਤੀ। ਫॉर दैट थिंग ਓਨਲੀ ਡਿਫਰੈਂਟ FIRs ਗੋਟ ਰਜਿਸਟਰਡ। ਇੱਕ FIR ਨੰਬਰ ਹੈਗੀ ਹੈ 32, ਇੱਕ FIR ਨੰਬਰ ਹੈਗੀ ਹੈ 5 ਆਫ NRI ਵਿੰਗ, ਇੱਕ FIR ਨੰਬਰ ਹੈਗੀ ਹੈ 77 ਆਫ ਫੇਸ 1। ਮਤਲਬ ਕਿ ਇੰਨੀ FIRs ਹੋਣ ਦੇ ਬਾਵਜੂਦ ਵੀ ਮੁਹੱਲੀ ਦੇ ਵਿੱਚ ਮੈਂ ਤੁਹਾਨੂੰ ਇੰਨੀ FIRs ਦੱਸ ਚੁੱਕਿਆ। 18 FIRs 11 ਫੇਸ ਦੀਆਂ ਹੋ ਗਈਆਂ, ਕੁਛ FIRs 1 ਫੇਸ ਦੀ ਹੋ ਗਈ, ਕੁਛ FIRs ਮਟੌਰ ਥਾਣੇ ਦੀ ਹੋ ਗਈ, ਕੁਛ FIRs 8 ਫੇਸ ਦੀ ਹੋ ਗਈ। ਦੇ ਹੈਵ ਨਾਟ ਬੀਨ ਨੈਪਡ ਬਾਏ ਪੰਜਾਬ ਪੁਲਿਸ ਵੰਸ। ਇਸ ਕਰਕੇ ਮੈਂ ਬਾਰ-ਬਾਰ ਕਹਿ ਰਿਹਾ ਕਿ ਪੰਜਾਬ ਪੁਲਿਸ ਇਹਨਾਂ ਨਾਲ ਮਿਲੀ ਹੋਈ ਹੈ। ਐਂਡ ਇਟ ਇਜ਼ ਵੈਰੀ ਫੋਰਚੂਨੇਟ, ਮੈਂ ਪਿਛਲੀ ਵੀਡੀਓ 'ਚ ਵੀ ਕਿਹਾ ਸੀਗਾ, ਮੈਂ ਇਸ ਵੀਡੀਓ 'ਚ ਵੀ ਕਹਿ ਰਿਹਾ ਕਿ ਇਟ ਇਜ਼ ਓਨਲੀ ਦ ਚੰਡੀਗੜ੍ਹ ਪੁਲਿਸ ਜਿਨ੍ਹਾਂ ਨੇ ਹਿੰਮਤ ਦਿਖਾਈ ਹੈ ਅਤੇ ਮਤਲਬ ਕੌਨ ਕਪਲ, ਵਨਸ ਅਗੇਨ ਆਈ ਐਮ ਯੂਜ਼ਿੰਗ ਦ ਵਰਡ ਕੌਨ ਕਪਲ ਦਾ ਇੱਕ ਬੰਦਾ ਫੜਿਆ ਗਿਆ। ਇਹ ਜਦੋਂ ਕ੍ਰਿਸਪੀ ਖਹਿਰਾ ਨੂੰ ਫੜਨ ਵਾਸਤੇ 39 ਪੁਲਿਸ ਸਟੇਸ਼ਨ ਦੇ ਪੁਲਿਸ ਆਫਿਸਰ ਇਹਦੇ ਘਰ 66 ਸੈਕਟਰ ਫਾਲਕਨ ਦੇ ਵਿੱਚ ਗਏ ਸੀਗੇ। ਸ਼ੀ ਰੈਨ ਓਵਰ ਦ ਪੁਲਿਸ ਅਫੀਸ਼ੀਅਲ ਫॉर ਵਿਚ ਅ ਸੈਪਰੇਟ FIRs ਫॉर ਅਟੈਂਪਟ ਟੂ ਮਰਡਰ ਹੈਜ਼ ਬੀਨ ਰਜਿਸਟਰਡ ਅਗੇਂਸਟ ਕ੍ਰਿਸਪੀ ਖਹਿਰਾ ਐਂਡ ਅਨਨੋਨ ਪੀਪਲ। ਉਹ ਹੈਗੀ ਹੈ ਜੀ FIR ਨੰਬਰ 136 ਆਫ 2022 ਸੋਹਾਣੇ ਦੀ। ਅਤੇ ਮੈਂ ਜਿਹੜੀਆਂ ਗੱਲਾਂ ਇਹ ਕਹਿ ਰਿਹਾ ਕਿ ਮੈਂ ਕਿਸੇ ਨਾਲ ਰਲ ਕੇ ਇਹਨਾਂ ਦੇ ਅਗੇਂਸਟ FIR ਕਰਾਈਆਂ। ਮੈਕਸੀਮਮ FIRs ਜਿਹੜੇ ਇਹਨਾਂ ਦੇ ਅਗੇਂਸਟ ਹੋਈਆਂ ਇਟ ਇਜ਼ ਬਿਫੋਰ ਮਾਈ ਜੁਆਇਨਿੰਗ ਆਫ ਦਿਸ ਨੋਬਲ ਪ੍ਰੋਫੈਸ਼ਨ, ਦੈਟ ਇਜ਼ November 2017। ਅਗਰ ਆਪਾਂ ਵਿਲ ਗੋ ਥਰੂ ਇਟ, ਆਈਲ ਅਗੇਨ ਸ਼ੋ ਯੂ ਦ ਲਿਸਟ ਆਫ FIRs। ਤਾਂ ਜਿਹੜੀ 2017 ਤੋਂ ਬਾਅਦ FIRs ਹੋਈਆਂ ਉਹ 5-6 ਹੀ ਹੈ। 2000 ਜਦੋਂ ਮੈਂ ਪ੍ਰੈਕਟਿਸ ਜੁਆਇਨ ਕੀਤੀ ਹੈ ਉਸ ਤੋਂ ਬਾਅਦ ਵਾਲੀ FIRs ਜਿਹੜੀ ਹੈਗੀਆਂ ਉਹ ਇੱਥੇ ਤੁਸੀਂ ਦੇਖੋਗੇ ਸੀਰੀਅਲ ਨੰਬਰ 20 ਤੋਂ ਬਾਅਦ ਹੈ। ਉਸ ਤੋਂ ਪਹਿਲਾਂ ਜਿੰਨੀ ਵੀ FIRs ਹੈ ਉਹ 2017 ਤੋਂ ਪਹਿਲਾਂ ਦੀਆਂ। ਸੋ ਹਾਊ ਕਮ ਅ ਪਰਸਨ who is not in practice can
ਡੂ ਦਿਸ ਥਿੰਗ, ਜਿਹੜਾ ਇਹ ਐਲੀਗੇਸ਼ਨ ਲਾ ਰਿਹਾ ਕਿ ਮੈਂ ਕਿਸੇ ਆਈਪੀਐਸ ਆਫੀਸਰ ਨਾਲ ਮਿਲ ਕੇ ਜਾਂ ਕਿਸੇ ਹੋਰ ਬੰਦੇ ਨਾਲ ਮਿਲ ਕੇ ਇਹਨਾਂ ਦਾ ਅਗੇਂਸਟ ਕੋਈ ਛੜਯੰਤਰ ਰਚ ਰਿਹਾ ਹੈ ਜਾਂ ਮਤਲਬ ਮੈਂ ਇਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਿਹਾ। ਐਂਡ ਸ਼ੀ ਮੈਂਸ਼ਨਡ ਵਨ ਮੋਰ ਥਿੰਗ ਕਿ ਵਰਿੰਦਰ ਨੇ ਸਾਡੇ ਉੱਤੇ FIRs ਕਰਵਾਤੀ। ਮੈਂ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਜੀ ਕਿ ਹਾਊ ਕੈਨ ਅ ਪਰਸਨ ਗੋ ਟੂ 700 ਪੀਪਲ ਐਂਡ ਸੇ ਕਿ ਇਸ ਬੰਦੇ ਦੇ ਅਗੇਂਸਟ ਤੁਸੀਂ FIR ਕਰਵਾਓ। ਇੱਕ ਬੱਚੇ ਨੇ ਨਹੀਂ ਜੀ ਕੰਪਲੇਂਟ ਕੀਤੀ, 700 ਬੱਚਿਆਂ ਨੇ ਕੰਪਲੇਂਟ ਕੀਤੀ ਹੋਈ ਹੈ ਆਫਟਰ 2017। ਅਤੇ ਅਗਰ ਆਪਾਂ 2014 ਤੋਂ ਵੇਖੀਏ ਤਾਂ ਮੋਰ ਦੈਨ 2500 ਬੱਚੇ ਇਹਨਾਂ ਨੇ ਠੱਗੇ ਨੇ। ਆਈ ਡੋਂਟ ਨੋ ਵਾਟ ਟੂ ਸੇ ਮੋਰ। ਇੱਕ ਤੁਸੀਂ ਹੋਰ ਵੀ ਮੇਰੇ ਨਾਲ ਜਦ ਹੁਣ ਡਿਸਕਸ਼ਨ ਕੀਤੀ, ਤੁਸੀਂ ਇੱਕ ਗੱਲ ਹੋਰ ਵੀ ਮੈਨੂੰ ਗੱਲ ਕਹੀ ਕਿ ਇਹਨਾਂ ਦਾ ਡਿਵੋਰਸ ਹੋ ਚੁੱਕਾ ਹੈ ਜਾਂ ਡਿਵੋਰਸ ਪਟੀਸ਼ਨ ਪੈਂਡਿੰਗ ਹੈ ਕੋਰਟ ਦੇ ਵਿੱਚ। ਪਰ ਉਹ ਵੀਡੀਓ ਜਿਹੜੀ ਤੁਸੀਂ ਮੈਨੂੰ ਦਿਖਾਈ ਹੈ ਉਹਦੇ ਵਿੱਚ ਉਹ ਕਹਿ ਰਹੀ ਹੈ ਕਿ ਮੇਰਾ ਹਸਬੈਂਡ ਹੈ, ਅਸੀਂ ਦੋਨੋਂ ਜਣੇ ਇਕੱਠੇ ਆ। ਇਹਦੇ ਬਾਰੇ ਤੁਸੀਂ ਵੀ ਕੋਈ ਰਿਸਰਚ ਕੀਤੀ ਵੀ ਕਿਆ ਇਹ ਹਸਬੈਂਡ ਵਾਈਫ ਹੈਗੇ ਨੇ ਜਾਂ ਇਹਨਾਂ ਨੇ ਡਿਵੋਰਸ ਫਾਈਲ ਕਰਤਾ ਹੋਇਆ? ਸਰ ਮੇਰੇ ਕੋਲ ਇੱਕ ਡਾਕੂਮੈਂਟ ਆਇਆ ਮੈਨੂੰ ਜਿਹਦੇ ਵਿੱਚ ਪਤਾ ਲੱਗਿਆ ਕਿ ਦੈਟ ਦੇ ਹੈਵ ਫਾਈਲਡ ਅ ਡਿਵੋਰਸ 1.5 years or 2 years back, ਬਟ ਆਈ ਡੋਂਟ ਨੋ ਕਿ ਉਹ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ ਔਰ ਵਾਟ ਕੈਨ ਬੀ ਦਾ ਰੀਜ਼ਨ। ਮੇਰਾ ਲੀਗਲ ਪ੍ਰੋਫੈਸ਼ਨ ਦੇ ਵਿੱਚ ਇੱਕੋ ਚੀਜ਼ ਹੋ ਸਕਦਾ ਕਿ ਇਹਨਾਂ ਉੱਤੇ ਜਿਹੜੀ ਓਬਲੀਗੇਸ਼ਨਸ ਆਉਣ ਵਾਲੀਆਂ ਫਾਈਨੈਂਸ਼ੀਅਲ ਓਬਲੀਗੇਸ਼ਨਸ ਉਸ ਨੂੰ ਬਚਣ ਵਾਸਤੇ ਦਿਸ ਮਾਈਟ ਬੀ ਸਮ ਵੇ ਆਊਟ ਫॉर them। ਅਦਰਵਾਈਜ਼ ਅਗਰ ਕਿਸੇ ਬੰਦੇ ਨੇ ਡਿਵੋਰਸ ਫਾਈਲ ਕੀਤਾ ਹੋਵੇ 1.5 ਸਾਲ ਦੇ ਵਿੱਚ, ਨਾ ਇੱਕ ਤਰੀਕ ਪਈ ਹੈ ਜੀ, ਨਾ ਉਹਨੂੰ ਪਰਸੂ ਕੀਤਾ ਜਾ ਰਿਹਾ ਹੈ। ਐਂਡ ਜਿਹੜੀ ਇਹਨਾਂ ਦੀ ਪਿਛਲੀ ਵੀਡੀਓਜ਼ ਹੈ ਉਹਦੇ 'ਚ ਤੁਸੀਂ ਦੇਖ ਵੀ ਸਕਦੇ ਹੋ, ਸ਼ੀ ਇਜ਼ ਸੇਇੰਗ ਦੈਟ ਕਿ ਮਾਈ ਹਸਬੈਂਡ ਇਜ਼ ਸਫਰਿੰਗ, ਆਈ ਐਮ ਸਫਰਿੰਗ, ਮੀਨਿੰਗ ਦੇਅਰ ਬਾਏ ਦੇ ਆਰ ਟੂਗੈਦਰ ਐਂਡ ਜਸਟ ਉਹ ਜਿਹੜਾ ਹੈਗਾ ਦੈਟ ਇਜ਼ ਐਨ ਆਈ ਵਾਸ਼, ਨਥਿੰਗ ਐਲਸ। ਅਤੇ ਵਰਿੰਦਰ ਜੀ ਹੁਣ ਜਿਹੜਾ ਸਭ ਤੋਂ ਵੱਡਾ ਐਲੀਗੇਸ਼ਨ ਉਹਨੇ ਲਾਇਆ ਉਹਦਾ ਤੁਸੀਂ ਮੈਨੂੰ ਦੇਤਾ ਸਪਸ਼ਟੀਕਰਨ ਵੀ IG ਚੀਮਾ ਤੁਹਾਡੇ ਪਿੱਛੇ ਨੇ ਔਰ ਉਹ ਤੁਹਾਨੂੰ ਕਹਿ ਰਹੇ ਨੇ ਵੀ ਇਹਦੇ ਖਿਲਾਫ ਕੇਸਿਸ ਕਰੋ, ਔਰ ਤੁਸੀਂ ਕਿਹਾ ਵੀ ਮੇਰਾ IG ਚੀਮੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਠੀਕ ਹੈ, ਹੁਣ ਤੁਹਾਡਾ ਅੱਗੇ ਕੀ ਲੀਗਲ ਸਟੈਪਸ ਤੁਸੀਂ ਲੈਣ ਜਾ ਰਹੇ ਹੋ ਇਹਨਾਂ ਦੇ ਖਿਲਾਫ ਵੀ ਜਿਹਦੇ ਨਾਲ ਬੱਚਿਆਂ ਨੂੰ ਜਸਟਿਸ ਮਿਲ ਸਕੇ? ਦੇਖੋ ਜੀ ਲੀਗਲ ਸਟੈਪਸ ਮੈਂ ਕੀ ਲੈਣ ਜਾ ਰਿਹਾ ਉਹ ਤਾਂ ਤੁਹਾਨੂੰ ਕੋਰਟ ਦੇ ਰਾਹੀਂ ਪਤਾ ਲੱਗੂਗਾ। ਆਈ ਕੈਨ ਨਾਟ ਰਿਵੀਲ ਦ ਥਿੰਗਸ ਵਿਚ ਆਈ ਐਮ ਗੋਇੰਗ ਟੂ ਡੂ, ਬਟ ਇਹ ਹੈ ਜੀ ਆਈ ਵਿਲ ਫਾਈਟ ਦਿਸ ਕੇਸ ਟਿਲ ਦ ਐਂਡ। ਜਾਂ ਤਾਂ ਇਹ ਪੈਸੇ ਦੇਣ ਜਾਂ ਇਹਨਾਂ ਨੂੰ ਸਜ਼ਾ ਹੋਵੇ, ਦੈਟਸ ਆਲ। ਨਹੀਂ ਤੁਸੀਂ ਕਹਿੰਦੇ ਪੈਸੇ ਦੇਣ, ਟੋਟਲ ਬੱਚਿਆਂ ਦਾ ਕਿੰਨਾ ਅਮਾਊਂਟ ਹੈਗਾ? ਸਰ ਟੋਟਲ ਅਮਾਊਂਟ ਹੈਗਾ ਜੀ 97.33 ਕਰੋੜਸ। ਮੈਂ ਮੈਂਸ਼ਨ ਕਰ ਚੁੱਕਿਆ। ਦੇਰ ਇਜ਼ ਅ ਡਾਕੂਮੈਂਟ ਫॉर दैट, EOW ਨੇ ਉਹ ਚੀਜ਼ ਦਿੱਤੀ ਹੋਈ ਹੈ। ਹੁਣ ਇਹਨਾਂ ਨੂੰ ਪੈਸੇ ਤਾਂ ਦੇਖੋ ਦੇਣੇ ਹੀ ਪੈਣਗੇ, ਅਦਰਵਾਈਜ਼ ਦੇ ਹੈਵ ਟੂ ਫੇਸ ਦ ਮਿਊਜ਼ਿਕ, ਅਦਰਵਾਈਜ਼ ਦੇਰ ਇਜ਼ ਨੋ ਅਦਰ ਬੈਕਿੰਗ ਆਊਟ ਫਰੋਮ ਦੈਟ ਕਿ ਅਗਰ ਇਹ ਕਹਿਣਗੇ ਅਸੀਂ ਕੀਤਾ ਨਹੀਂ ਹੈ ਤਾਂ ਠੀਕ ਹੈ, ਇਹ ਆਉਣ ਕੋਰਟ ਦੇ ਵਿੱਚ ਪ੍ਰੂਵ ਕਰਨ ਕਿ ਇਹਨਾਂ ਨੇ ਨਹੀਂ ਕੀਤਾ, ਕਿਸੇ ਹੋਰ ਨੇ ਕੀਤਾ, ਕੋਈ ਡਾਕੂਮੈਂਟ ਸਾਹਮਣੇ ਲੈ ਕੇ ਆਉਣ। ਬਟ ਹਰ ਵਾਰ ਕੀ ਹੈ, ਹਰ ਵਾਰ ਇਹ ਵੀਡੀਓਜ਼ ਰਿਲੀਜ਼ ਕਰਦੇ ਆ ਐਂਡ ਸ਼ੀ ਇਜ਼ PO। ਇਸੇ ਕਰਕੇ PO ਹੋਈ ਹੈ ਬਿਕੋਜ਼ ਸ਼ੀ ਇਜ਼ ਨਾਟ ਟਰਨਿੰਗ ਅਪ ਇਨ ਦ court of law. If she is innocent, she must turn up in the court of law and furnish those documents on which she is saying that कि I am just leveling allegation, baseless allegation. अगर यह जी कोई गल है तो सामने आन ते अपने डॉक्यूमेंट देन। I have given all the documents। तो पहली गल जी गल कह रहे हैं कि मैं कोर्ट के सबमिशन नहीं की जी, पहली गल बेल उन्होंने लाई है जी, मैं नहीं बेल लाई। डॉक्यूमेंट्स उन्होंने लाए है, SIT की रिपोर्ट उन्होंने लाई है, ये जो मैं तुहानूं स्टेट बैंक स्टेटमेंट दिखाया है उन्होंने लाई है। सर एक चीज़ मैं तुहानूं मैंशन करना चाहना एंड दे विच, एक इन्हां दा जिहड़ा इसे केस दे विच एक लेडी होर फड़ी गई सी, ज्योति ठाकुर, जिन्हों इन्हां ने डायरैक्टर बनाया होया सीगा। दैट वॉज नथिंग बट अ फसाड, दिखाने वास्ते कि मैनीफेस्टेशन की हुई सी, पिछों दी काम ये कर रहे थे। वो बेल जंप कर गई सी एंड शी सरेंडर्ड इन द कोर्ट ऑफ लॉ इन द मंथ ऑफ February 2021 सॉरी हाँ या। तो उन्हें एक सरेंडर एप्लीकेशन दी सी, दिस इज़ द सरेंडर एप्लीकेशन। ये सरेंडर एप्लीकेशन दे विच उन्हें कैटेगोरिकली मैंशन किया है जी दैट दविंदर गिल एंड क्रिस्पी खैरा हैव अरेंज्ड अ फेक श्योरिटी। फेक श्योरिटी जे फेक श्योरिटी उन्होंने दी है तो उसका डिफरेंट एक FIR होने वाली उन्होंने। मैं पहला दसदा फिर कल ये ना कहन कि वरिंदर ने एक नवी FIR करवाती, बिकॉज
ਯੂ ਆਰ ਪਲੇਇੰਗ ਵਿਦ ਦ ਲਾਅ, ਯੂ ਹੈਵ ਮੇਕ ਦ ਮੌਕਰੀ ਆਫ ਇਟ। ਤੁਹਾਡੇ ਵਾਸਤੇ ਕੋਈ ਡਰ ਹੀ ਨਹੀਂ ਹੈ ਲਾਅ ਨੂੰ ਲੈ ਕੇ। ਤੁਸੀਂ ਚਾਹੁੰਦੇ ਹੋ ਯੂ ਕੈਨ ਮੋਲਡ ਇਟ ਇਨ ਐਨੀ ਵੇ ਯੂ ਵਾਂਟ, ਯੂ ਕੈਨ ਡੂ ਵਾਟ ਐਵਰ ਯੂ ਵਾਂਟ। ਤੁਸੀਂ ਜਿਹੜਾ ਵਿਕਦਾ ਉਹਨੂੰ ਖਰੀਦ ਲੈਂਦੇ ਹੋ, ਨਹੀਂ ਵਿਕਦਾ ਉਹਨੂੰ ਡਰਾ ਦਿੰਦੇ ਹੋ। ਮਤਲਬ ਤੁਸੀਂ ਚਾਹੁੰਦੇ ਹੋ ਕਿ ਆਪ ਤੁਹਾਡੇ ਹਿਸਾਬ ਨਾਲ ਚੱਲੇ। ਨੋ, ਇਟ ਇਜ਼ ਨਾਟ ਗੋਇੰਗ ਟੂ ਬੀ ਦਿਸ ਟਾਈਮ, ਬਿਕੋਜ਼ 700 ਬੱਚੇ ਆ ਜੀ, 700 ਬੱਚਿਆਂ ਵਾਸਤੇ ਆਪਾਂ ਫਾਈਟ ਕਰਨਾ ਅਤੇ ਉਹਨਾਂ ਨੂੰ ਜਸਟਿਸ ਦਿਵਾਵਾਂਗੇ। ਇਹ ਇੱਕ ਗੱਲ ਹੋਰ ਪੁੱਛੀ ਸੀਗੀ ਕਿ ਮੇਰਾ ਕੀ ਇੰਟਰਸਟ ਹੈ। ਹਾਂਜੀ, ਇੰਟਰਸਟ ਹੈਗਾ ਜੀ ਜਸਟਿਸ। ਇਸੇ ਕਰਕੇ ਅਸੀਂ ਐਂਡ ਦੇ ਵਿੱਚ ਲਿਖਦੇ ਇਨ ਦਾ ਇੰਟਰਸਟ ਆਫ ਜਸਟਿਸ। ਹਾਂ, ਹੁਣੀ ਵਰਿੰਦਰ ਜੀ ਤੁਸੀਂ ਇੱਕ ਗੱਲ ਕਹੀ ਹੈ ਵੀ ਇਹ ਡਰਾ ਲੈਂਦੇ ਨੇ। ਇਹਨਾਂ ਕੋਲ ਡਰਾਉਣ ਦਾ ਕੀ ਹੈਗਾ? ਕਿਆ ਇਹਨਾਂ ਦੇ ਗੈਂਗਸਟਰਸ ਨਾਲ ਵੀ ਲਿੰਕ ਨੇ? ਆ ਹੁਣੀ ਤੁਸੀਂ ਸਟੇਟਮੈਂਟ ਦਿੱਤੀ ਹੈ ਵੀ ਇਹ ਡਰਾ ਲੈਂਦੇ ਨੇ। ਕਿਆ ਇਹਨਾਂ ਦੀ ਗੈਂਗਸਟਰ ਨਾਲ ਲਿੰਕ ਹੈ, ਜਾਂ ਇਹਨਾਂ ਕੋਲ ਕੋਈ ਐਸੀ ਬੰਦੇ ਨੇ ਵੀ ਜਿਨ੍ਹਾਂ ਤੋਂ ਇਹ ਪ੍ਰੈਸ਼ਰ ਪਵਾ ਲੈਂਦੇ ਨੇ? ਸਰ, ਜਦੋਂ ਨਾ ਇਹ ਬਾਹਰ ਸੀਗਾ, ਹੀ ਵਾਜ਼ ਹੈਵਿੰਗ 5 to 10 ਬਾਊਂਸਰਸ ਵਿਦ ਹਿਮ। ਅੱਜ ਨਾ ਮੈਂ ਆਈ ਵਾਜ਼ ਗੋਇੰਗ ਥਰੂ ਨੰਬਰ ਆਫ ਡਾਕੂਮੈਂਟਸ, ਤਾਂ ਮੈਂ ਤੁਹਾਨੂੰ ਨਾ ਇੱਕ ਜਿਮਨੀ ਆਰਡਰ ਪੜ੍ਹਾਉਣਾ ਚਾਹੁੰਦਾ। ਇਹ ਹੈਗਾ ਜੀ ਜਿਮਨੀ ਆਰਡਰ ਜਨਵਰੀ ਦਾ, ਅਤੇ ਇਸ ਜਿਮਨੀ ਆਰਡਰ ਦੇ ਵਿੱਚ ਇੱਕ ਜਿਮਨੀ ਆਰਡਰ ਹੈ, ਮੈਂ ਪੜ੍ਹ ਕੇ ਸੁਣਾਉਂਦਾ ਤੁਹਾਨੂੰ। ਇੱਕ ਕੇਸ ਦੇ ਵਿੱਚ ਦਵਿੰਦਰ ਗਿੱਲ ਨੂੰ ਬੁਲਾਇਆ ਗਿਆ ਸੀਗਾ ਕੋਰਟ ਦੇ ਰਾਹੀਂ। ਕੋਰਟ ਇਜ਼ ਰਾਈਟਿੰਗ ਬੇਲੇਬਲ ਵਾਰੰਟ issued to accused received back with the report that accused has kept 3-4 bouncers who do not allow the serving constable to meet accused Davinder Singh Gill. In such circumstances, court is of the considered view that accused is intentionally avoiding the service and his presence cannot be procured in the ordinary process. Hence, NBW of the accused Davinder Singh Gill be issued through office of SSP. ਹੁਣ ਤੁਸੀਂ ਇਹ ਦੇਖੋ ਜੀ, ਦਿਸ ਇਜ਼ ਅ ਜਿਮਨੀ ਆਰਡਰ ਆਫ ਕੋਰਟ। ਮਤਲਬ ਅਗਰ ਉਹ ਪੁਲਿਸ ਵਾਲੇ ਤੋਂ ਨਹੀਂ ਡਰਦਾ, ਬਾਊਂਸਰ ਦੇ, ਮੈਂ ਆਪਣੇ ਵੱਲੋਂ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਕਿ ਅਗਰ ਮੈਂ ਕੁਝ ਕਹਿੰਦਾ ਤਾਂ ਉਹ ਵੀ ਐਲੀਗੇਸ਼ਨ ਹੋ ਜਾਣਾ ਸੀਗਾ ਕਿ ਇਹ ਵਰਿੰਦਰ ਸਿੰਘ ਜੀ ਐਲੀਗੇਸ਼ਨ ਲਾ ਰਹੇ। ਫਿਰ ਇਹਨੇ ਕੀ ਕੀਤਾ ਜੀ, ਓਪਨ ਕੋਰਟ ਦੇ ਵਿੱਚ ਮੈਨੂੰ ਧਮਕੀ ਦਿੱਤੀ ਹੋਈ ਹੈ ਜੀ। ਓਪਨ ਕੋਰਟ ਦੇ ਵਿੱਚ ਮੈਂ ਡੇਟ ਵੀ ਮੈਨੂੰ ਯਾਦ ਹੈ, 24 of September, ਜਦੋਂ ਇਹਨੂੰ ਰਿਮਾਂਡ ਵਾਸਤੇ ਲੈ ਕੇ ਆਏ ਸੀਗੇ, ਜਦੋਂ ਹੀ ਗੋਟ ਅਰੈਸਟਡ ਇਨ ਦਾ ਮੰਥ ਆਫ October 2021। ਫॉर दैट पर्टिकुलर थिंग मैं एक कंप्लेंट मूव ਕੀਤੀ ਹੈ ਵਿਚ ਇਜ਼ ਪੈਂਡਿੰਗ ਇਨ ਡਿਸਟ੍ਰਿਕਟ ਕੋਰਟ ਨੰਬਰ 30। ਜਿਸ ਤਰ੍ਹਾਂ ਵਰਿੰਦਰ ਜੀ ਨੇ ਸਾਰੇ ਸਾਨੂੰ ਡਾਕੂਮੈਂਟ ਦਿਖਾਏ ਨੇ ਔਰ ਸਬੂਤ ਦਿੱਤੇ ਨੇ, ਇਸ ਤੋਂ ਕਾਫੀ ਗੱਲਾਂ ਕਲੀਅਰ ਹੋਈਆਂ ਨੇ ਜਿਹੜੀਆਂ ਉਹਨਾਂ ਨੇ ਆਪਣੇ ਵੀਡੀਓ ਦੇ ਵਿੱਚ ਕ੍ਰਿਸਪੀ ਜੀ ਨੇ ਐਲੀਗੇਸ਼ਨਸ ਲਾਏ ਨੇ। ਦੂਸਰੀ ਗੱਲ, ਮੈਂ ਇਹ ਵੀ ਗੱਲ ਕਹਿ ਦੇਣਾ ਚਾਹੁੰਦਾ ਕਿ ਕ੍ਰਿਸਪੀ ਜੀ, ਅਸੀਂ ਤੁਹਾਡਾ ਵਰਸ਼ਨ ਵੀ ਲੈਣ ਨੂੰ ਤਿਆਰ ਹਾਂ। ਤੁਸੀਂ ਇਹ ਦੱਸੋ ਵੀ ਕਦੋਂ, ਕਿੱਥੇ, ਕਿੰਨੇ ਵਜੇ ਮਿਲਣਾ ਹੈ। ਅਸੀਂ ਤੁਹਾਡਾ ਵਰਸ਼ਨ ਲਾਵਾਂਗੇ ਔਰ ਵਰਸ਼ਨ ਲਾਵਾਂਗੇ ਵੀ ਕਿ ਜਿਹੜਾ, ਜੇ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਇਨੋਸੈਂਟ ਹੈ ਔਰ ਵਰਿੰਦਰ ਜੀ ਤੁਹਾਡੇ 'ਤੇ ਗਲਤ ਐਲੀਗੇਸ਼ਨ ਲਾ ਰਹੇ ਨੇ ਜਾਂ IG ਚੀਮਾ ਦੇ ਇਹ ਪਪਟ ਨੇ, ਇਹ ਸਾਰੀਆਂ ਚੀਜ਼ਾਂ ਤੁਸੀਂ ਸਪਸ਼ਟੀਕਰਨ ਦਿਓ। ਅਸੀਂ ਤੁਹਾਡਾ ਸਪਸ਼ਟੀਕਰਨ ਵੀ ਜ਼ਰੂਰ ਲਾਵਾਂਗੇ। ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦਾ।